ਸਤਿ ਸ੍ਰੀ ਅਕਾਲ ਸਾਥੀਓ। ਡਾਇਰੈਕਟੋਰੇਟ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਦੇ ਵੱਲੋਂ ਮਾਸਟਰ ਕੈਡਰ ਦੇ ਲਈ ਭਰਤੀਆਂ ਦੇ ਲਈ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਤੁਸੀਂ ਪੜ੍ਹ ਸਕਦੇ ਹੋ ਕਿ ਮਿਤੀ 16/12/2021 ਨੂੰ ਵੱਖ-ਵੱਖ ਅਖਬਾਰਾਂ ਦੇ ਵਿੱਚ ਜੋ ਵਿਗਿਆਪਨ ਦਿੱਤਾ ਗਿਆ ਸੀ ਕਿ ਘਰ ਘਰ ਰੁਜ਼ਗਾਰ ਯੋਜਨਾ ਦੇ ਅਧੀਨ ਉਸ ਦੇ ਰਿਗਾਰਡਿੰਗ ਬਾਰਡਰ ਏਰੀਆ ਦੇ ਵਿੱਚ ਵੱਖ-ਵੱਖ ਵਿਸ਼ਿਆਂ ਦੇ ਵਿੱਚ ਬੈਕਲੌਗ ਅਤੇ ਨਵੀਆਂ ਅਸਾਮੀਆਂ ਨੂੰ ਭਰਨ ਦੇ ਲਈ www.educationrecruitmentboard.com 'ਤੇ ਔਨਲਾਈਨ ਦਰਖਾਸਤਾਂ ਦੀ ਮੰਗ ਦੇ ਲਈ 30/1/2000 ਤੱਕ ਅਪਲਾਈ ਕੀਤਾ ਜਾ ਸਕਦਾ ਹੈ। ਹਾਂਜੀ, ਤੁਸੀਂ 30/1/2000 ਤੱਕ 30/1/2022 ਦੇ ਤੱਕ ਇਹਨਾਂ ਅਸਾਮੀਆਂ ਦੇ ਲਈ ਆਪਣਾ ਅਪਲਾਈ ਕਰ ਸਕਦੇ ਹੋ। ਹੁਣ ਦੇਖਦੇ ਹਾਂ ਜੀ ਕਿਸ ਕਿਸ ਵਿਸ਼ੇ ਦੇ ਵਿੱਚ ਕਿੰਨੀਆਂ ਅਸਾਮੀਆਂ ਨਿਕਲੀਆਂ ਹਨ, ਕਿਉਂਕਿ ਇਹਨਾਂ ਅਸਾਮੀਆਂ ਦੇ ਲਈ ਕਾਫੀ ਸੰਘਰਸ਼ ਚੱਲ ਰਿਹਾ ਸੀ। ਸਭ ਤੋਂ ਪਹਿਲਾਂ ਆਪਣੇ ਕੋਲ ਜੀ ਆਪਾਂ ਦੇਖ ਰਹੇ ਹਾਂ ਮੈਥ ਵਿਸ਼ੇ ਦੇ ਵਿੱਚ ਅਲੱਗ-ਅਲੱਗ ਕੈਟਾਗਰੀਜ਼ ਦੇ ਵਾਈਜ਼ ਇਹਨਾਂ ਨੇ ਅਸਾਮੀਆਂ ਦੀ ਵੰਡ ਕੀਤੀ ਹੋਈ ਹੈ। ਸਭ ਤੋਂ ਪਹਿਲਾਂ ਜਨਰਲ ਕੈਟਾਗਰੀ ਦੇ ਲਈ ਜੀ 342 ਅਸਾਮੀਆਂ, SC, M&B, SC, RO, ਸੋ ਸਾਰੀਆਂ ਅਸਾਮੀਆਂ ਨੂੰ ਮਿਲਾ ਕੇ ਆਪਣੇ ਕੋਲ ਜੀ ਟੋਟਲ ਮੈਥ ਵਿਸ਼ੇ ਦੇ ਵਿੱਚ 912 ਅਸਾਮੀਆਂ ਇਹਨਾਂ ਨੇ ਦੱਸੀਆਂ ਹਨ, ਜੋ ਕਿ ਕਾਫੀ ਵਧੀਆ ਸੰਖਿਆ ਜਾਪ ਰਹੀ ਹੈ, ਕਿਉਂਕਿ ਪਿਛਲੀ ਵਾਰ ਵੀ ਮੈਥ ਵਿਸ਼ੇ ਦੇ ਵਿੱਚ ਕਾਫੀ ਵਧੀਆ ਸੰਖਿਆ ਦੇ ਵਿੱਚ ਭਰਤੀ ਕੀਤੀ ਗਈ ਸੀ ਮਾਸਟਰ ਕੈਡਰ ਦੇ ਵਿੱਚ। ਬਾਕੀ ਜੋ ਕੁਆਲੀਫਿਕੇਸ਼ਨ ਹੈ ਜੀ ਤੁਸੀਂ ਜਾਣਦੇ ਹੀ ਹੋ, ਆਪਣੇ ਕੋਲ BSc ਇਨ ਮੈਥੇਮੈਟਿਕਸ ਐਂਡ B.Ed ਕੁਆਲੀਫਿਕੇਸ਼ਨ ਬਾਰੇ ਤੁਹਾਨੂੰ ਪਤਾ ਹੀ ਹੋਵੇਗਾ। ਉਸ ਤੋਂ ਬਾਅਦ ਆਪਣੇ ਕੋਲ ਆਉਂਦਾ ਹੈ ਜੀ ਸਾਇੰਸ ਵਿਸ਼ੇ ਦੇ ਬਾਰੇ। ਸਾਇੰਸ ਵਿਸ਼ੇ ਦੇ ਵਿੱਚ ਵੀ ਪਿਛਲੀ ਵਾਰੀ ਕਾਫੀ ਅਸਾਮੀਆਂ ਦੀ ਗਿਣਤੀ ਸੀ ਅਤੇ ਇਸ ਵਾਰ ਵੀ ਸਾਇੰਸ ਵਿਸ਼ੇ ਦੇ ਲਈ 859 ਅਸਾਮੀਆਂ ਦੀ ਗਿਣਤੀ ਹੈ ਜੀ, ਜੋ ਬਹੁਤ ਵਧੀਆ ਲੱਗ ਰਹੀ ਹੈ। ਸੋ ਉਸ ਤੋਂ ਬਾਅਦ ਆਪਣੇ ਕੋਲ ਸਾਇੰਸ ਵਿਸ਼ੇ ਦੇ ਲਈ ਜੋ ਯੋਗਤਾ ਸਾਇੰਸ ਇਨ ਨੋਨ ਮੈਡੀਕਲ ਦੇ ਵਿੱਚ ਸਾਇੰਸ ਦੇ ਵਿੱਚ ਆਪਣੇ ਕੋਲ BSc ਇਨ ਫਿਜ਼ਿਕਸ, BSc ਵਿਦ ਫਿਜ਼ਿਕਸ ਐਂਡ ਮੈਥੇਮੈਟਿਕਸ, BSc ਵਿਦ ਕੈਮਿਸਟਰੀ ਐਂਡ ਫਿਜ਼ਿਕਸ ਔਰ BSc ਵਿਦ ਕੈਮਿਸਟਰੀ ਐਂਡ ਮੈਥੇਮੈਟਿਕਸ, ਜਾਂ ਫਿਰ ਸਾਇੰਸ ਦੇ ਨਾਲ ਸਾਇੰਸ ਮੈਡੀਕਲ, ਉਹਨਾਂ ਦੇ ਵਿੱਚ ਕਾਫੀ ਓਪਸ਼ਨ ਬਣ ਜਾਂਦੇ ਹਨ, ਜੋ ਇਸ ਨੋਟੀਫਿਕੇਸ਼ਨ ਦੇ ਵਿੱਚ ਉਹਨਾਂ ਨੇ ਸਾਰਾ ਮੈਂਸ਼ਨ ਕੀਤਾ ਹੋਇਆ ਹੈ। ਅਤੇ ਉਸ ਤੋਂ ਇਲਾਵਾ B.Ed ਕੀਤੀ ਹੋਣੀ ਚਾਹੀਦੀ ਹੈ। B.Ed ਦੇ ਵਿੱਚ ਸਾਇੰਸ ਐਜ਼ ਅ ਟੀਚਿੰਗ ਸਬਜੈਕਟ ਹੋਣਾ ਚਾਹੀਦਾ ਹੈ। ਉਸ ਤੋਂ ਬਾਅਦ ਆਪਣੇ ਕੋਲ ਹਿੰਦੀ ਵਿਸ਼ੇ ਬਾਰੇ ਨੋਟੀਫਿਕੇਸ਼ਨ ਦਿੱਤਾ ਹੋਇਆ ਹੈ ਜੀ ਇਹਨਾਂ ਨੇ। ਹਿੰਦੀ ਵਿਸ਼ੇ ਦੇ ਲਈ ਹਿੰਦੀ, ਪੰਜਾਬੀ ਅਤੇ SST ਇਹਨਾਂ ਤਿੰਨਾਂ ਵਿਸ਼ਿਆਂ ਦੇ ਲਈ ਕਾਫੀ ਸੰਘਰਸ਼ ਚੱਲ ਰਿਹਾ ਸੀ ਅਤੇ ਹਿੰਦੀ ਵਿਸ਼ੇ ਦੇ ਲਈ ਸਿਰਫ 240 ਅਸਾਮੀਆਂ ਦੀ ਹੀ ਗਿਣਤੀ ਦਿੱਤੀ ਗਈ ਹੈ ਅਤੇ ਇਸ ਵਿੱਚ ਜਰਨਲ ਕੈਟਾਗਰੀ ਲਈ ਸਿਰਫ 80 ਅਸਾਮੀਆਂ ਹੀ ਬਣ ਰਹੀਆਂ ਹਨ। ਸੋ ਇਹ ਗਿਣਤੀ ਕਾਫੀ ਸੰਘਰਸ਼ ਲੱਗ ਰਿਹਾ ਹੈ, ਉਹਨਾਂ ਦਾ ਸਿਰੇ ਨਹੀਂ ਚੜ੍ਹ ਰਿਹਾ ਹੈ, ਪਰ ਚਲੋ ਅਸਾਮੀਆਂ ਇਹਨਾਂ ਨੇ ਨਿਕਾਲ ਤਾਂ ਦਿੱਤੀਆਂ ਗੌਰਮੈਂਟ ਨੇ। ਬਾਕੀ ਨੋਟੀਫਿਕੇਸ਼ਨ ਦੇ ਵਿੱਚ ਜੋ ਵੀ ਯੋਗਤਾ ਹੈ ਉਹਨਾਂ ਨੇ ਦੱਸ ਦਿੱਤੀ ਹੈ। ਉਸ ਤੋਂ ਬਾਅਦ ਆਪਣੇ ਕੋਲ ਪੰਜਾਬੀ ਵਿਸ਼ੇ ਦੇ ਵਿੱਚ ਆਪਣੇ ਕੋਲ 534 ਅਸਾਮੀਆਂ ਦੀ ਗਿਣਤੀ ਦਿੱਤੀ ਗਈ ਹੈ, ਪਰ ਇਹ ਵੀ ਜਿੰਨੀਆਂ ਅਸਾਮੀਆਂ ਪਿਛਲੀ ਵਾਰੀ ਨਿਕਲੀਆਂ ਸਨ ਉਸ ਦੇ ਅਨੁਸਾਰ ਇਹ ਵੀ ਗਿਣਤੀ ਕਾਫੀ ਨਹੀਂ ਹੈ। ਅਤੇ ਉਸ ਤੋਂ ਬਾਅਦ ਆਪਣੇ ਕੋਲ ਜੀ ਨੋਟੀਫਿਕੇਸ਼ਨ ਦੇ ਵਿੱਚ ਆਉਂਦਾ ਹੈ ਸੋਸ਼ਲ ਸਾਇੰਸ ਦੇ ਲਈ ਵੀ ਕਾਫੀ ਸੰਘਰਸ਼ ਚੱਲ ਰਿਹਾ ਸੀ ਅਤੇ ਇਹ ਸੋਸ਼ਲ ਸਾਇੰਸ ਦੀਆਂ ਸਿਰਫ 633 ਅਸਾਮੀਆਂ ਹੀ ਕੱਢੀਆਂ ਗਈਆਂ ਹਨ ਅਤੇ 633 ਵੀ ਕੁਝ ਖਾਸ ਨਹੀਂ ਹੈ, ਕਿਉਂਕਿ ਜਰਨਲ ਕੈਟਾਗਰੀ ਲਈ ਸਿਰਫ 234 ਹੀ ਬਚਦੀਆਂ ਹਨ, ਜੋ ਕਿ ਕਾਫੀ ਨਹੀਂ ਹਨ, ਕਿਉਂਕਿ ਜਿੰਨੇ ਆਪਣੇ B.Ed ETT ਟੈਟ ਪਾਸ ਕੈਂਡੀਡੇਟ ਪੰਜਾਬ ਦੇ ਵਿੱਚ ਹਨ, ਉਹਨਾਂ ਦੇ ਲਈ 633 ਅਸਾਮੀਆਂ ਦੀ ਗਿਣਤੀ ਬਹੁਤ ਹੀ ਘੱਟ ਹੈ, ਕਿਉਂਕਿ ਪੰਜਾਬ ਦੇ ਵਿੱਚ ਪੰਜਾਬੀ ਅਤੇ SST ਕੰਬੀਨੇਸ਼ਨ ਵਾਲੇ ਕੈਂਡੀਡੇਟ ਬਹੁਤ ਹੀ ਜ਼ਿਆਦਾ ਹਨ ਅਤੇ ਉਹਨਾਂ ਦੇ ਅਨੁਸਾਰ ਜੋ ਵੀ ਅਸਾਮੀਆਂ ਇਹਨਾਂ ਨੇ ਨਿਕਾਲੀਆਂ ਹਨ ਬਹੁਤ ਹੀ ਥੋੜ੍ਹੀਆਂ ਨਿਕਾਲੀਆਂ ਹਨ। ਚਲੋ ਨੈਕਸਟ ਦੇਖਦੇ ਹਾਂ ਜੀ ਆਪਾਂ। ਨੈਕਸਟ ਅੰਗਰੇਜ਼ੀ ਦੇ ਲਈ ਇਹਨਾਂ ਨੇ 790, ਹਾਂਜੀ ਪਿਛਲੀ ਵਾਰ ਵੀ ਅੰਗਰੇਜ਼ੀ ਵਿਸ਼ੇ ਦੇ ਵਿੱਚ ਕਾਫੀ ਅਸਾਮੀਆਂ ਨਿਕਾਲੀਆਂ ਗਈਆਂ ਸਨ ਅਤੇ ਇਸ ਵਾਰ ਵੀ ਮੈਥ, ਸਾਇੰਸ ਅਤੇ ਇੰਗਲਿਸ਼ ਦੇ ਵਿੱਚ ਕਾਫੀ ਅਸਾਮੀਆਂ ਦੀ ਗਿਣਤੀ ਨਿਕਾਲੀ ਗਈ ਹੈ।
ਨਾ ਜਾਣੇ ਇਹਨਾਂ ਨੂੰ ਕਿਵੇਂ ਕੀ ਸੁਝਦਾ ਹੈ ਅਤੇ ਕੀ ਜ਼ਰੂਰਤ ਹੈ, ਉਸ ਦੇ ਅਕੋਰਡਿੰਗ ਹੀ ਇਹ ਆਪਣਾ ਨਿਕਾਲ ਰਹੇ ਹਨ ਅਤੇ ਇਹਨਾਂ 'ਤੇ ਸੰਘਰਸ਼ਾਂ ਦਾ ਕੋਈ ਵੀ ਅਸਰ ਨਹੀਂ ਹੋ ਰਿਹਾ ਹੈ। ਉਸ ਤੋਂ ਬਾਅਦ ਆਪਣੇ ਕੋਲ ਆ ਰਿਹਾ ਹੈ ਜੀ ਹਾਂਜੀ, ਇਸ ਵਾਰ ਮਿਊਜ਼ਿਕ ਦੀਆਂ ਵੀ ਇਸ ਨਵੀਆਂ ਮਿਊਜ਼ਿਕ ਦੀਆਂ ਵੀ ਅਸਾਮੀਆਂ ਨਿਕਾਲੀਆਂ ਗਈਆਂ ਹਨ। ਮਿਊਜ਼ਿਕ ਦੇ ਵਿੱਚ 25 ਅਸਾਮੀਆਂ ਨਿਕਾਲੀਆਂ ਗਈਆਂ ਹਨ। ਐਂਡ ਉਸ ਤੋਂ ਬਾਅਦ ਆਪਣੇ ਕੋਲ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਵੈਸੇ ਤਾਂ ਫਿਜ਼ੀਕਲ ਐਜੂਕੇਸ਼ਨ ਦੀਆਂ 1700 ਤੋਂ 2000 ਅਸਾਮੀਆਂ ਦੀ ਗੱਲ ਚੱਲ ਰਹੀ ਸੀ, ਪਰ ਉਹਨਾਂ ਅਸਾਮੀਆਂ ਨੂੰ ਵੀ ਇਹਨਾਂ ਦੇ ਵਿੱਚ ਹੀ ਫਿੱਟ ਕਰ ਦਿੱਤਾ ਗਿਆ ਹੈ ਅਤੇ ਫਿਜ਼ੀਕਲ ਐਜੂਕੇਸ਼ਨ ਦੀਆਂ ਸਿਰਫ 168 ਅਸਾਮੀਆਂ ਹੀ ਮਾਸਟਰ ਕੈਡਰ ਦੇ ਨਾਲ ਸ਼ਿਫਟ ਕਰ ਦਿੱਤੀਆਂ ਗਈਆਂ ਹਨ। ਹੁਣ ਨਾ ਜਾਣੇ ਉਹ ਜਿਹੜੀਆਂ ਫਿਜ਼ੀਕਲ ਐਜੂਕੇਸ਼ਨ ਦੀਆਂ 1700 ਤੋਂ 2000 ਅਸਾਮੀਆਂ ਅਲੱਗ ਤੋਂ ਨਿਕਲਣਗੀਆਂ ਜਾਂ ਨਹੀਂ, ਇਹ ਤਾਂ ਹੁਣ ਅਗਲੀ ਸਰਕਾਰ ਹੀ ਦੱਸੇਗੀ। ਉਸ ਤੋਂ ਅੱਗੇ ਦੇਖਦੇ ਹਾਂ ਜੀ ਨੋਟੀਫਿਕੇਸ਼ਨ ਦੇ ਵਿੱਚ ਇਹਨਾਂ ਨੇ ਕੀ ਦੱਸਿਆ ਹੈ। ਉਸ ਤੋਂ ਬਾਅਦ ਨੋਟੀਫਿਕੇਸ਼ਨ ਦੇ ਵਿੱਚ ਚੋਣ ਦਾ ਢੰਗ ਆ ਰਿਹਾ ਹੈ। ਚੋਣ ਦੇ ਢੰਗ ਦੇ ਵਿੱਚ ਕੀ ਆਏਗਾ ਜੀ ਕਿ ਉਹਨਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਹਰੇਕ ਇਹਨਾਂ ਅਸਾਮੀਆਂ ਦੇ ਲਈ ਇੱਕ ਲਿਖਤੀ ਟੈਸਟ ਹੋਏਗਾ ਜੋ ਕਿ 150 ਅੰਕਾਂ ਦਾ ਹੋਏਗਾ ਅਤੇ ਜੋ ਵੀ PS ਟੈਟ 2 ਦੇ ਵਿੱਚ ਮਾਰਕਸ ਲਿੱਤੇ ਗਏ ਹਨ ਉਹਨਾਂ ਦਾ ਉਹ ਮਾਰਕਸ ਨਹੀਂ ਜੋੜੇ ਜਾਣਗੇ। ਹਾਂਜੀ, PS ਟੈਟ 2 ਦੇ ਵਿੱਚ ਕੈਂਡੀਡੇਟ ਦੇ ਜੋ ਵੀ ਮਾਰਕਸ ਹਨ ਉਹ ਨਹੀਂ ਜੋੜੇ ਜਾਣਗੇ। 150 ਅੰਕਾਂ ਦਾ ਦੁਬਾਰਾ ਤੋਂ ਟੈਸਟ ਹੋਵੇਗਾ, ਜਿਵੇਂ ਕਿ ਪਿਛਲੀ ਵਾਰ ਵੀ ਹੋ ਰਿਹਾ ਹੈ, ਪਿਛਲੀ ਵਾਰ ਤੋਂ ਹੋ ਰਿਹਾ ਹੈ ਅਤੇ ਉਹਨਾਂ 'ਤੇ ਆਧਾਰਿਤ ਉਸ ਟੈਸਟ ਦੇ ਆਧਾਰਿਤ ਹੀ ਆਪਣੀ ਚੋਣ ਕੀਤੀ ਜਾਵੇਗੀ। ਉਸ ਤੋਂ ਬਾਅਦ ਆਪਣੀ ਆਉਂਦੀ ਹੈ ਅਦਾਇਗੀ ਆਪਣੀ ਉਮਰ ਸੀਮਾ ਆਪਾਂ ਨੂੰ ਪਤਾ ਹੀ ਹੈ ਜੀ 18 ਤੋਂ 37 ਸਾਲ ਦੇ ਦਰਮਿਆਨ ਅਤੇ ਬਾਕੀ ਜੋ ਕੈਟਾਗਰੀਆਂ ਦੇ ਅਕੋਰਡਿੰਗਲੀ ਇਹਨਾਂ ਨੇ ਆਪਾਂ ਨੂੰ ਰਿਲੈਕਸੇਸ਼ਨ ਦਿੱਤੀ ਹੋਈ ਹੈ ਉਹ। ਉਸ ਤੋਂ ਬਾਅਦ ਫੀਸ ਜਨਰਲ ਕੈਟਾਗਰੀ ਦੇ ਲਈ ਜੀ 1000 ਰੁਪਏ, ਰਿਜ਼ਰਵ ਕੈਟਾਗਰੀ ਲਈ SC ST ਦੇ ਲਈ 500 ਰੁਪਏ ਐਂਡ ਸਾਬਕਾ ਸੈਨਿਕ ਦੇ ਲਈ ਕੋਈ ਫੀਸ ਨਹੀਂ ਹੈ। ਐਂਡ ਉਸ ਤੋਂ ਬਾਅਦ ਇਹਨਾਂ ਦੀ ਇਹ ਸਾਰੀਆਂ ਤੁਸੀਂ ਬਾਕੀ ਨੋਟੀਫਿਕੇਸ਼ਨ ਤੁਸੀਂ ਇਹਨਾਂ ਦੀ ਸਾਈਟ www.education ਇੱਥੇ ਸਟਾਰਟਿੰਗ ਦੇ ਇਹਨਾਂ ਨੇ ਇਹ ਸਾਈਟ ਦਿੱਤੀ ਹੋਈ ਹੈ ਜੀ। ਇਸ ਨੋਟੀਫਿਕੇਸ਼ਨ ਨੂੰ ਡਿਟੇਲ ਦੇ ਵਿੱਚ ਤੁਸੀਂ ਡਾਊਨਲੋਡ ਵੀ ਆਪਣੀ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਵੀ ਇਸ ਸਾਈਟ ਦਾ ਲਿੰਕ ਦੇ ਦੇਵਾਂਗਾ ਅਤੇ ਤੁਸੀਂ ਇਹ ਨੋਟੀਫਿਕੇਸ਼ਨ ਡਾਊਨਲੋਡ ਕਰਕੇ ਆਪਣੇ ਧਿਆਨ ਨਾਲ ਆਪਣੇ ਜੋ ਵੀ ਤੁਸੀਂ ਪੜ੍ਹਨਾ ਚਾਹੁੰਦੇ ਹੋ ਤੁਸੀਂ ਧਿਆਨ ਦੇ ਨਾਲ ਆਪਣਾ ਪੜ੍ਹ ਕੇ ਅਪਲਾਈ ਕਰੋ ਅਤੇ ਹੁਣ ਤੋਂ ਹੀ ਆਪਣੀ ਤਿਆਰੀ ਦੇ ਵਿੱਚ ਡਟ ਜਾਓ। ਸੋ ਸਾਰਿਆਂ ਨੂੰ ਮੇਰੇ ਵੱਲੋਂ ਆਲ ਦੀ ਬੈਸਟ।